ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਮੈਂ ਇੱਥੇ ਨੰਗਲੀ ਦੇ ਵਿੱਚ ਬੈਠਾ ਸਾਂ ਤੇ ਕਈ ਸਿੰਘਾਂ ਦੇ ਕਈ ਦਿਨਾਂ ਤੋਂ ਫੋਨ ਆ ਰਹੇ ਸਨ ਕਿ ਜ਼ਫਰਨਾਮੇ ਦੇ ਬਾਬਤ ਜੋ ਵਿਵਾਦ ਛਿੜਿਆ ਹੋਇਆ ਹੈ ਉਹਦੇ ਬਾਰੇ ਆਪ ਜੀ ਕੋਈ ਜਾਣਕਾਰੀ ਦਿਓ। ਸੋ ਸਤਿੰਦਰ ਸਰਤਾਜ ਜਿਨ੍ਹਾਂ ਨੇ ਬੜੀ ਪਹਿਲ ਕਦਮੀ ਕਰਕੇ ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤਿਨਾਂ ਦੀ ਰੂਹਾਨੀ ਗੁਰਬਾਣੀ ਉਹ ਗਾਈ ਅਤੇ ਗੁਰੂ ਕੀਆਂ ਸਿੱਖ ਸੰਗਤਾਂ ਤੱਕ ਬਲਕਿ ਸਗਲੀ ਲੁਕਾਈ ਦੇ ਵਿੱਚ ਪਹੁੰਚਾਉਣ ਦਾ ਭਾਰੀ ਯਤਨ ਕੀਤਾ ਹੈ। ਪਹਿਲੀ ਗੱਲ ਤੇ ਜਿਹਦੇ ਉੱਪਰ ਸਤਿਗੁਰੂ ਦੀ ਕਿਰਪਾ ਹੋਵੇ ਉਹ ਇਹੋ ਜਿਹੀ ਪਹਿਲ ਕਦਮੀ ਕਰਦਾ ਹੈ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਇਹ ਜ਼ਫਰਨਾਮਾ ਲਿਖਿਆ ਤੇ ਭਾਈ ਦਇਆ ਸਿੰਘ ਜੀ ਨੂੰ ਦੇ ਕਰਕੇ ਔਰੰਗਾਬਾਦ ਔਰੰਗਜ਼ੇਬ ਦੇ ਕੋਲ ਭੇਜਿਆ। ਔਰੰਗਜ਼ੇਬ ਬਾਦਸ਼ਾਹ ਨੇ ਇਹ ਜ਼ਫਰਨਾਮਾ ਪੜ੍ਹਿਆ, ਗਸ਼ ਖਾ ਕੇ ਡਿੱਗ ਪਿਆ ਤੇ ਆਖਰ ਉਹਨੇ ਆਪਣੀ ਕੌਮ ਦੇ ਨਾਂ ਦੇ ਉੱਪਰ ਕੁਝ ਪੱਤਰ ਲਿਖੇ। ਇਹ ਮੈਨੂੰ ਚਾਹੁਣ ਵਾਲਿਓ, ਮੈਂ ਗਲਤ ਸਾਂ, ਧੰਨ ਗੁਰੂ ਗੋਬਿੰਦ ਸਿੰਘ ਜੀ ਪੂਰੇ ਸਨ। ਮੇਰੀ ਕਬਰ ਸ਼ਹਿਰ ਤੋਂ ਦੂਰ ਬਣਾਇਓ, ਮੇਰੀ ਕਬਰ ਦੇ ਨੇੜੇ ਕੋਈ ਰੁੱਖ ਨਾ ਲਗਾਇਓ। ਮੈਂ ਤਖਤਾਂ ਦੇ ਛਾਂ ਹੇਠ ਬੈਠ ਕਰਕੇ, ਤਾਜਾਂ ਦੀ ਛਾਂ ਹੇਠ ਬੈਠ ਕੇ, ਅਤਰ ਛਤਰ ਸਿਰ ਦੇ ਉੱਪਰ ਝੁਲਾ ਕਰਕੇ ਕੋਈ ਚੰਗਾ ਕੰਮ ਨਹੀਂ ਕੀਤਾ। ਇਸ ਲਈ ਮੇਰੀ ਜੋ ਕਬਰ ਹੈ ਉਹਨੂੰ ਕੋਈ ਹੱਕ ਨਹੀਂ ਵੀ ਉਹ ਰੁੱਖਾਂ ਦੀ ਠੰਡੀ ਛਾਂ ਮਾਣ ਸਕੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇਹ ਇੱਕ ਐਸੀ ਕਲਾਮ ਹੈ ਜਿਹਨੂੰ ਪੜ੍ਹਨ ਦੇ ਨਾਲ ਮਨ ਦੇ ਉੱਪਰ ਵੀ ਫਤਿਹ ਪਾ ਲਈਦੀ ਹੈ ਤੇ ਬਾਹਰੀ ਦੁਸ਼ਮਣਾਂ ਦੇ ਉੱਪਰ ਵੀ ਫਤਿਹ ਪਾ ਲਈਦੀ ਹੈ। ਇਸਲਾਮ ਧਰਮ ਦੇ ਵਿੱਚ ਜਿਵੇਂ ਕੁਝ ਕਲਾਮਾਂ ਪੜ੍ਹਦੇ ਨੇ, ਲੋਕਾਂ ਦੇ ਭਲੇ ਦੇ ਬੁਰੇ ਦੇ ਕੰਮ ਕਰਨ ਦੇ ਦਾਅਵੇ ਕਰਦੇ ਨੇ ਲੋਕ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇਹ ਇੱਕ ਐਸੀ ਕਲਾਮ ਹੈ ਜਿਹਦੇ ਅੱਗੇ ਲੋਕਾਂ ਦੀਆਂ ਇਸਲਾਮੀ ਕਲਾਮਾਂ ਜਿਹੜੀਆਂ ਉਹ ਫੇਲ ਹੋ ਜਾਂਦੀਆਂ ਨੇ। ਕਹਿ ਲਓ ਕਿ ਜ਼ਫਰਨਾਮਾ ਇੱਕ ਸੂਰਜ ਹੈ ਤੇ ਦੂਜੀਆਂ ਕਲਾਮਾਂ ਜਿਹੜੀਆਂ ਨੇ ਉਹ ਦੀਵੇ ਦੀ ਨਿਆਈ ਨੇ। ਜਿਨ੍ਹਾਂ ਨੇ ਵੀ ਜ਼ਫਰਨਾਮੇ ਨੂੰ ਪੜ੍ਹਿਆ, ਸਤਿਗੁਰੂ ਸਾਹਿਬ ਜੀ ਦੀ ਉਹਨਾਂ ਦੇ ਉੱਪਰ ਭਾਰੀ ਕਿਰਪਾ ਹੋਈ। ਸੋ ਜ਼ਫਰਨਾਮੇ ਦਾ ਉਚਾਰਨ, ਉਹਨੂੰ ਗਾਇਨ ਕਰਕੇ ਲੁਕਾਈ ਤੱਕ ਪਹੁੰਚਾਉਣ ਦਾ ਕੰਮ ਸਤਿੰਦਰ ਨੇ ਜਿੱਡਾ ਵੱਡਾ ਕੀਤਾ ਏ, ਉਹ ਇੱਕ ਆਪਣੇ ਆਪ ਦੇ ਵਿੱਚ ਲਾਸਾਨੀ ਹੈ। ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜ਼ਫਰਨਾਮਾ ਲਿਖ ਕੇ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਦਿੱਤਾ। ਭਾਈ ਦਇਆ ਸਿੰਘ ਜੀ ਔਰੰਗਾਬਾਦ ਲੈ ਕੇ ਗਏ ਤੇ ਜਿਹੜਾ ਪੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ ਸੀ ਉਹ ਪਰਸ਼ੀਅਨ ਦੇ ਵਿੱਚ ਸੀ ਤੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਰਸਤੇ ਦੇ ਵਿੱਚ ਜਾਂ ਉੱਥੇ ਪਹੁੰਚ ਕਰਕੇ ਉਹ ਜਿਹੜਾ ਜ਼ਫਰਨਾਮਾ ਸੀ ਉਹਦਾ ਇੱਕ ਉਤਾਰਾ ਆਪਣੇ ਕੋਲ ਰੱਖ ਲਿਆ ਤੇ ਇੱਕ ਉਤਾਰਾ ਔਰੰਗਜ਼ੇਬ ਬਾਦਸ਼ਾਹ ਨੂੰ ਦੇ ਦਿੱਤਾ। ਅੱਜ ਵੀ ਔਰੰਗਾਬਾਦ ਵਿੱਚ ਜਾਈਏ, ਉੱਥੇ ਪਿਆਰੇ ਭਾਈ ਦਇਆ ਸਿੰਘ ਜੀ ਦੇ ਨਾਮ ਦੇ ਉੱਪਰ ਇੱਕ 10ਵੇਂ ਪਾਤਸ਼ਾਹ ਜੀ ਦੀ ਬਾਣੀ ਦੀ ਬੀੜ ਪ੍ਰਸਿੱਧ ਹੈ। ਉਹਦੇ ਉੱਪਰ ਜ਼ਫਰਨਾਮਾ ਪਰਸ਼ੀਅਨ ਬੋਲੀ ਵਿੱਚ ਲਿਖਿਆ ਹੋਇਆ ਹੈ। ਬਾਅਦ ਵਿੱਚ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੁਨੀਆ ਨੂੰ ਤਾਰਦੇ ਹੋਏ ਤਖਤ ਸੱਚਖੰਡ ਵਿਖੇ ਵਿਰਾਜਮਾਨ ਹੋ ਗਏ ਤੇ 1713 ਈਸਵੀ ਦੇ ਕਰੀਬ ਭਾਈ ਮਨੀ ਸਿੰਘ ਸਾਹਿਬ ਜੀ ਉਹਨਾਂ ਨੇ 10ਵੇਂ ਪਾਤਸ਼ਾਹ ਜੀ ਦੀ ਇੱਕ ਬੀੜ ਲਿਖੀ, ਜਿਹੜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਤੇ 10ਮ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਇਕੱਠੀ ਸੀ। ਅੱਜ ਉਹ ਰਾਏ ਗੁਲਾਬ ਸਿੰਘ ਜੀ ਸੇਠੀ ਦਿੱਲੀ ਦੇ ਵਿੱਚ ਉਹਨਾਂ ਦੇ ਘਰ ਉਹ ਬੀੜ ਸ਼ੁਭਾਇਮਾਨ ਹੈ। ਦਾਸ ਨੇ ਉਹ ਬੀੜ ਦੇ ਦਰਸ਼ਨ ਕੀਤੇ ਨੇ। ਉਹ ਆ ਤੇ 10ਮ ਦੀ ਬੀੜ ਇਕੱਠੀ ਹੈ ਤੇ ਜ਼ਫਰਨਾਮਾ ਪਰਸ਼ੀਅਨ ਬੋਲੀ ਦੇ ਵਿੱਚ ਲਿਪੀ ਦੇ ਵਿੱਚ ਲਿਖਿਆ ਹੋਇਆ ਹੈ। ਉਹ ਬੀੜ ਸਕੈਨ ਵੀ ਕੀਤੀ ਹੈ, ਦਾਸ ਦੇ ਕੋਲ ਲੈਪਟਾਪ ਦੇ ਵਿੱਚ ਵੀ ਹੈ। ਬਾਅਦ ਵਿੱਚ ਬਾਬਾ ਦੀਪ ਸਿੰਘ ਜੀ, ਉਹਨਾਂ ਨੂੰ ਸਿੱਖਾਂ ਨੇ ਬੇਨਤੀ ਕੀਤੀ, ਬਾਬਾ ਜੀ 10ਵੇਂ ਪਾਤਸ਼ਾਹ ਜੀ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰਮੁਖੀ ਲਿਪੀ ਵਿੱਚ ਆਮ ਗੁਰੂ ਕੇ ਸਿੱਖ ਪੜ੍ਹ ਸੁਣ ਕੇ ਲਾਹਾ ਉਠਾਉਂਦੇ ਨੇ, ਪਰ ਜਦੋਂ ਜ਼ਫਰਨਾਮੇ ਦੀ ਵਾਰੀ ਆਉਂਦੀ ਹੈ ਕਈ ਪਰਸ਼ੀਅਨ ਨਹੀਂ ਜਾਣਦੇ, ਗੁਰਮੁਖੀ ਜਾਣਦੇ ਨੇ ਤੇ ਉਹ ਜ਼ਫਰਨਾਮੇ ਦਾ ਲਾਭ ਨਹੀਂ ਉਠਾ ਸਕਦੇ। ਆਪ ਜੀ ਕਿਰਪਾ ਕਰਕੇ ਉਹਦਾ ਲਿਪੀਕਰਨ ਕਰੋ।
ਤੇ ਸਭ ਤੋਂ ਪਹਿਲੀ ਵਾਰ ਜੋ ਲਿਪੀਕਰਨ ਪਰਸ਼ੀਅਨ ਤੋਂ ਗੁਰਮੁਖੀ ਵਿੱਚ ਕੀਤਾ ਉਹ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੀਤਾ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿੱਥੇ ਭਾਰੀ ਜੰਗਾਂ ਕੀਤੀਆਂ, ਪੰਥਕ ਮਸਲਿਆਂ ਦੇ ਵਿੱਚ ਜਾ ਕਰਕੇ ਸ਼ਮੂਲੀਅਤ ਕੀਤੀ, ਉੱਥੇ ਬਾਬਾ ਦੀਪ ਸਿੰਘ ਜੀ ਨੇ 4 ਬੀੜਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ 4 ਤਖਤਾਂ ਦੇ ਸ਼ੁਭਾਇਮਾਨ ਹੈ, ਤੇ 4 ਹੀ ਬੀੜਾਂ 10ਵੇਂ ਪਾਤਸ਼ਾਹ ਜੀ ਦੀਆਂ ਲਿਖੀਆਂ। ਗਿਆਨੀ ਠਾਕੁਰ ਸਿੰਘ ਜੀ ਨੇ ਬਾਬਾ ਜੀ ਦੇ ਸ਼ਹੀਦ ਬਿਲਾਸ ਵਿੱਚ ਇਹ ਬਚਨ ਲਿਖੇ ਨੇ। ਤੇ ਪਟਨਾ ਸਾਹਿਬ ਵਿਖੇ ਤਖਤ ਸਾਹਿਬ ਤੇ ਅੱਜ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਲਿਖਤੀ ਬੀੜ ਹੈ, ਜਿਹਨੂੰ ਵੱਡੇ ਬਾਬਾ ਜੀ ਕਹਿੰਦੇ ਨੇ। ਭਾਸ਼ਾ ਵਿਗਿਆਨੀਆਂ ਦੇ ਹਿਸਾਬ ਦੇ ਨਾਲ ਇਹ ਬੀੜ 1720 ਤੋਂ ਲੈ ਕੇ 30 ਦੇ ਵਿੱਚ ਦੇ ਸਮੇਂ ਤੇ ਲਿਖੀ ਜਾਪਦੀ ਹੈ। ਜੋ ਬਾਬਾ ਜੀ ਨੇ ਬੀੜਾਂ ਲਿਖੀਆਂ ਨੇ ਉਹ ਵੀ ਸਮਾਂ ਇਹੀ ਬਣਦਾ ਹੈ। ਉਹ ਬੀੜ ਵਿੱਚ ਜਿਹੜਾ ਜ਼ਫਰਨਾਮਾ ਹੈ ਉਹ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਹੋਇਆ ਹੈ। ਹੁਣ ਜ਼ਫਰਨਾਮੇ ਦੇ ਵਿੱਚ ਜੇ ਆਪਾਂ ਸਿੱਧਾ ਹੀ ਗੁਰਮੁਖੀ ਦੇ ਵਿੱਚ ਉਹਦਾ ਲਿਪੀਕਰਨ ਕਰਨਾ ਚਾਹੀਏ ਤੇ ਜ਼ਫਰਨਾਮੇ ਵਿੱਚ ਜਿਵੇਂ ਕੱਕੇ 2 ਨੇ, ਪਰਸ਼ੀਅਨ, ਉਰਦੂ ਤੇ ਅਰਬੀ ਵਿੱਚ 2 ਕਾਫ ਨੇ, ਇੱਕ ਛੋਟੀ ਕਾਫ ਹੈ, ਇੱਕ ਬੜੀ ਕਾਫ ਹੈ। ਐੜੇ ਵੀ 2 ਨੇ, ਇੱਕ ਅਲਫ ਹੈ, ਇੱਕ ਐਨ ਹੈ। ਇਸੇ ਤਰੀਕੇ ਦੇ ਨਾਲ ਫਫਾ ਪੈਰ ਬਿੰਦੀ ਵਾਲਾ ਹੁੰਦਾ ਹੈ, ਖੇ ਜਿਹਨੂੰ ਕਹਿ ਦਿੰਦੇ ਆ। ਹਾਹੇ ਵੀ 2 ਨੇ, ਇੱਕ ਬਿੰਦੀ ਵਾਲਾ, ਇੱਕ ਬਿੰਦੀ ਤੋਂ ਬਿਨਾਂ ਹੈ। ਬਾਬਾ ਜੀ ਨੇ ਇੱਕ ਕਾਢ ਕੱਢੀ ਵੀ ਜਿਹੜੇ 2 ਅੱਖਰ ਨੇ, ਇੱਕ ਅੱਖਰ ਬਿੰਦੀ ਤੋਂ ਬਿਨਾਂ ਤੇ ਇੱਕ ਅੱਖਰ ਦੇ ਪੈਰ ਵਿੱਚ ਬਿੰਦੀ ਲਗਾਈ। ਕੱਕੇ ਦੇ ਪੈਰ ਵਿੱਚ ਵੀ ਬਿੰਦੀ, ਹਾਹੇ ਦੇ ਪੈਰ 'ਚ ਵੀ ਬਿੰਦੀ, ਐੜੇ ਦੇ ਪੈਰ 'ਚ ਵੀ ਬਿੰਦੀ, ਊੜੇ ਈੜੀ ਇਹਨਾਂ ਦੇ ਪੈਰਾਂ ਵਿੱਚ ਬਿੰਦੀਆਂ ਲਗਾਈਆਂ। ਜੋ ਸੰਪਰਦਾਈ ਉਚਾਰਨ ਬੋਧ ਪਹਿਲਾ ਭਾਗ ਲਿਖਿਆ ਉਹਦੇ ਵਿੱਚ ਜਾਣਕਾਰੀ ਦਿੱਤੀ ਹੈ। ਬਾਅਦ ਵਿੱਚ ਭਾਈ ਕਾਹਨ ਸਿੰਘ ਜੀ ਨਾਭਾ, ਡਾਕਟਰ ਵੀਰ ਸਿੰਘ ਜੀ, ਉਹਨਾਂ ਨੇ ਇਹਨਾਂ ਬਿੰਦੀਆਂ ਨੂੰ ਅਪਣਾਇਆ। ਇਹਨਾਂ ਬਿੰਦੀਆਂ ਨੂੰ ਮਾਨਕੋਸ਼ ਦੇ ਵਿੱਚ ਵੀ ਦਰਜ ਕੀਤਾ। ਇਹਨਾਂ ਬਿੰਦੀਆਂ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ ਗਿਆ। ਐੜੇ, ਊੜੇ, ਈੜੇ ਦੀ ਬਿੰਦੀ ਘੱਟ ਪ੍ਰਸਿੱਧ ਹੋਈ ਹੈ। ਕੱਕੇ ਦੀ ਬਿੰਦੀ ਹੈ ਕਿਤੇ ਕਿਤੇ ਆਉਂਦੀ। ਖਖੇ, ਗੱਗੇ, ਸੱਸੇ, ਜ਼ਜ਼ੇ, ਫਫੇ ਤੇ ਲਲਾ ਇਹ ਬਿੰਦੀਆਂ ਜ਼ਿਆਦਾ ਪ੍ਰਚਲਿਤ ਹੋਈਆਂ ਨੇ। ਇੱਕ ਲੱਲੇ ਪੈਰ ਬਿੰਦੀ ਆਉਂਦੀ ਹੈ ਜੋ ਪੰਜਾਬੀ ਦੀ ਬਿੰਦੀ ਹੈ, ਜਿਵੇਂ ਲਾਲਾਂ, ਇਹ ਪੰਜਾਬੀ ਵਿੱਚ ਵਰਤੀ ਜਾਂਦੀ ਹੈ। ਪੁਰਾਣੀਆਂ ਬੀੜਾਂ ਦੇ ਵਿੱਚ ਇਹ ਬਿੰਦੀ ਦਾ ਮੈਂ ਤੁਹਾਨੂੰ ਸਰੂਪ ਦੱਸਦਾ ਹਾਂ। ਇਹ ਥੋੜ੍ਹਾ ਜਿਹਾ ਇੱਧਰ ਦਿਖਾਓ। ਇਹ ਪੁਰਾਣੇ ਬੀੜਾਂ ਦੇ ਵਿੱਚ ਜਿਹੜੀਆਂ ਇਹ ਬਿੰਦੀਆਂ ਨੇ ਉਹ ਇੱਦਾਂ ਲੱਗੀ ਹੁੰਦੀ ਸੀ। ਇਹ ਫੱਫਾ ਇੱਥੇ ਬਿੰਦੀ ਹੁੰਦੀ ਸੀ। ਕੱਕੇ ਦੀ ਬਿੰਦੀ ਐਂ ਲੱਗੀ ਹੁੰਦੀ ਸੀ, ਇੱਥੋਂ ਗੂੜਾ ਕੀਤਾ ਹੁੰਦਾ ਸੀ। ਸੱਸੇ ਦੇ ਬਿੰਦੀ ਇੱਥੋਂ ਸੱਸਾ ਐਂ ਕੀਤਾ ਹੁੰਦਾ ਸੀ। ਖੱਖੇ ਦੀ ਇਸ ਪ੍ਰਕਾਰ, ਐੜੇ ਦੀ ਬਿੰਦੀ ਇੱਥੋਂ ਇਸ ਪ੍ਰਕਾਰ ਗੂੜਾ ਕੀਤਾ ਹੁੰਦਾ ਸੀ। ਫੱਫੇ ਦੀ ਬਿੰਦੀ ਇੱਥੇ ਸੀ, ਹੌਲੀ ਹੌਲੀ ਫੱਫੇ ਦੀ ਬਿੰਦੀ ਇੱਥੇ ਆ ਗਈ। ਇੱਧਰੋਂ ਦੀ ਦਿਖਾਓ। ਹੁਣ ਕੱਕੇ ਦੀ ਬਿੰਦੀ ਦੇਖੋਗੇ ਇਸ ਤਰੀਕੇ ਨਾਲ ਆ ਗਈ ਹੈ। ਐੜੇ ਦੀ ਬਿੰਦੀ ਇਸ ਤਰੀਕੇ ਨਾਲ ਆ ਗਈ ਹੈ। ਖੱਖੇ ਦੀ ਬਿੰਦੀ ਇੱਦਾਂ ਆ ਗਈ ਹੈ। ਹੁਣ ਜਿਹੜਾ ਲੱਲਾ ਹੈ, ਜਿਹੜਾ ਆਮ ਲੱਲਾ ਬਾਬਾ ਜੀ ਨੇ ਇਸ ਪ੍ਰਕਾਰ ਲਿਖਿਆ। ਜਿਹੜਾ ਦੂਜਾ ਲੱਲਾ ਹੈ ਉਹ ਲੱਲੇ ਦੀ ਘੁੰਡੀ ਥੋੜ੍ਹੀ ਜਿਹੀ ਇੱਥੋਂ ਮਰੋੜੀ ਹੈ। ਆਮ ਬੀੜਾਂ 'ਚ ਇੱਥੋਂ ਮੁੜੀ ਹੋਈ ਹੈ ਲੱਲੇ ਦੇ ਪੈਰ ਦੇ ਵਿੱਚ ਬਿੰਦੀ। ਮੈਂ ਇੱਕ ਹੱਥ ਲਿਖਤ 10ਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਸੰਗ੍ਰਹਿ ਜੋ ਸਰਬਲੋ ਬੁੰਗਾ ਵਿੱਚ ਮੌਜੂਦ ਹੈ, ਕਈ ਮੌਜੂਦ ਨੇ ਪਰ ਮੈਂ ਬਹੁਤੇ ਤਾਂ ਨਹੀਂ ਦਿਖਾ ਸਕਾਂਗਾ। ਜੇ ਕਿਸੇ ਨੂੰ ਲੋੜ ਹੋਵੇ ਤਾਂ ਦੇਖ ਸਕਦਾ। ਇਹ ਦੇਖੋ, ਇੱਜ਼ਤ ਜ਼ ਦੀ ਬਿੰਦੀ ਇੱਦਾਂ ਲੱਗੀ ਹੋਈ ਹੈ। ਇਹ ਜ਼ਮੀਨੋਂ ਦੀ ਅਜ਼ਜ਼ਾ ਪੈਰ ਵਿੱਚੋਂ ਗੂੜਾ ਲਿਖਿਆ ਹੈ। ਇਸੇ ਤਰ੍ਹਾਂ ਇਹ ਹਮਜ਼ ਜ਼ ਦੇ ਪੈਰ 'ਚ, ਹਮਜ਼ ਪੀਰ ਮੋਰੋ, ਹਮਜ਼ ਫੀਲ ਫੱਫੇ ਦੀ ਬਿੰਦੀ ਇਹ ਲੱਗੀ ਹੋਈ ਹੈ ਉੱਪਰ। ਇਸ ਤਰੀਕੇ ਦੇ ਨਾਲ ਇਹ ਬਿੰਦੀਆਂ ਦਾ ਪ੍ਰਯੋਗ ਸਾਨੂੰ ਮਿਲਦਾ ਹੈ। ਬਾਬਾ ਜੀ ਨੇ ਇਹ ਬਿੰਦੀਆਂ ਦਾ ਪ੍ਰਯੋਗ ਕੀਤਾ ਤੇ ਜ਼ਫਰਨਾਮੇ ਦਾ ਲਿਪੀਕਰਨ ਪਹਿਲੀ ਵਾਰ ਕੀਤਾ। ਫਿਰ ਇਹ ਲਿਪੀਕਰਨ ਅੱਗੇ ਤੋਂ ਅੱਗੇ ਤੁਰਿਆ ਜਾਂਦਾ ਰਿਹਾ, ਪੰਥ ਦੇ ਵਿੱਚ ਹੁੰਦਾ ਗਿਆ। ਜ਼ਫਰਨਾਮੇ ਦਾ ਇੱਕ ਹੱਥ ਲਿਖਤ ਸਟੀਕ ਵੀ ਹੈ। ਬਾਅਦ ਵਿੱਚ ਇਸ ਟੀਕਾਂ ਦੀ ਪਰੰਪਰਾ ਚੱਲੀ। ਪਹਿਲਾਂ ਨਰੈਣ ਸਿੰਘ ਜੀ ਮਜੰਗਾ ਵਾਲੇ, ਉਹਨਾਂ ਨੇ ਟੀਕਾ ਕੀਤਾ। ਬਾਅਦ ਵਿੱਚ ਸੱਤੂ ਕੀ ਗਲੀ ਸੰਪਰਦਾਇ ਟੀਕਾ ਹੋਇਆ। ਪਿਆਰਾ ਸਿੰਘ ਜੀ ਪਦਮ, ਉਹਨਾਂ ਨੇ ਟੀਕਾ ਕੀਤਾ। ਭਾਸ਼ਾ ਵਿਗਿਆਨੀਆਂ ਨੇ ਟੀਕਾ ਕੀਤੇ। ਰਤਨ ਸਿੰਘ ਜੀ ਜੱਗੀ, ਇਸੇ ਤਰ੍ਹਾਂ ਰਣਧੀਰ ਸਿੰਘ ਜੀ, ਉਹਨਾਂ ਨੇ ਕਾਬਲੇ ਤਾਰੀਫ ਸ਼ਬਦਾਰਥ ਬਣਾਇਆ ਹੈ। ਇੱਕ ਮੰਗਲ ਸਿੰਘ ਜੀ ਹੋਏ ਨੇ, ਉਹਨਾਂ ਨੇ ਵੀ
ਫਾਰਸੀ ਦਾ ਟੀਕਾ ਕੀਤਾ ਹੈ ਉਹ ਫਾਰਸੀ ਦੇ ਟੀਚਰ ਸਨ। ਉਹ ਟੀਕਾ ਫਾਰਸੀ ਦੇ ਲਿਹਾਜ਼ ਨਾਲ ਬਿਲਕੁਲ ਸ਼ੁੱਧ ਹੈ। ਫਾਰਸੀ ਦੀ ਵਿਆਕਰਨ, ਫਾਰਸੀ ਅਨੁਸਾਰ ਪਦ ਜੜਤੀ ਉਹਨਾਂ ਨੇ ਵਰਤੀ ਹੈ। ਤੋ ਸਾਰਿਆਂ ਟੀਕਿਆਂ ਦੇ ਵਿੱਚ ਥੋੜ੍ਹਾ ਥੋੜ੍ਹਾ ਫਰਕ ਹੈ। ਹੁਣ ਇਹ ਸਤਿੰਦਰ ਜੀ ਨੇ, ਜੋ ਡਾਕਟਰ ਸਤਿੰਦਰ ਨੇ ਟੀਕਾ ਕੀਤਾ ਹੈ, ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਗਾਇਨ ਕੀਤਾ ਹੈ, ਨਾਲ ਨਾਲ ਸਕਰੀਨ ਦੇ ਉੱਪਰ ਉਹਨਾਂ ਨੇ ਚਲਾਇਆ ਹੈ ਜ਼ਫਰਨਾਮਾ, ਤੇ ਇਹਨੂੰ ਲੈ ਕੇ ਵਿਵਾਦ ਖੜੇ ਹੋਏ ਨੇ। ਹੁਣ ਇਹ ਵਿਵਾਦ ਦੇ ਬਾਰੇ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਹੈ ਕਿ ਜੋ ਇਹ ਫਾਰਸੀ ਹੈ, ਹਿੰਦੁਸਤਾਨ ਦੀ ਫਾਰਸੀ ਕੁਝ ਹੋਰ ਹੈ, ਈਰਾਨ ਦੀ ਫਾਰਸੀ ਕੁਝ ਹੋਰ ਹੈ। ਜਿਵੇਂ 2-4 ਨੁਕਤੇ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ। ਆਪਾਂ ਕਹਿੰਦੇ ਹਾਂ ਜ਼ਫਰਨਾਮਾ, ਜ਼ਫਰਨਾਮਾ, ਉਹ ਕਹਿੰਦੇ ਆ ਜ਼ੈਫਰਨਾਮਾ, ਉਹ ਜ਼ੈ ਇਸ ਤਰੀਕੇ ਨਾਲ ਬੁਲਾਉਂਦੇ ਨੇ। ਆਪਾਂ ਫਰਸ਼, ਉਹ ਫੈਰਿਸ਼ ਇੱਦਾਂ ਕਰਕੇ ਬੋਲਦੇ ਨੇ। ਆਪਾਂ ਕਹਿੰਦੇ ਆ ਬਕਾਰਸਤ, ਉਹ ਕਹਿੰਦੇ ਬਕਾਰਿਆਸਤ, ਇਸ ਤਰੀਕੇ ਨਾਲ ਉਹਨਾਂ ਦੀ ਬੋਲੀ ਹੈ। ਆਪਾਂ ਅਸਤ ਤੱਤਾ ਬੁਲਾਉਣੇ ਹੈ ਤੇ ਉਹ ਅਸਟ ਤੱਤੇ ਦੀ ਜਗ੍ਹਾ 'ਤੇ ਟੈਂਕਾ ਬੁਲਾ ਦਿੰਦੇ ਨੇ। ਇਸੇ ਤਰ੍ਹਾਂ ਆਪਾਂ ਤਰਫ, ਉਹ ਟਰਫ ਬੁਲਾਉਂਦੇ ਨੇ, ਤੱਤੇ ਦੀ ਜਗ੍ਹਾ 'ਤੇ ਟੈਂਕੇ ਦੀ ਵਰਤੋਂ। ਆਪਾਂ ਕੁਨਦ, ਉਹ ਕੁਨਡ, ਦੱਦੇ ਦੀ ਜਗ੍ਹਾ 'ਤੇ ਡੱਡੇ ਦੀ ਵਰਤੋਂ ਉਹਨਾਂ ਦੀ ਬੋਲੀ ਦੇ ਵਿੱਚ ਹੁੰਦੀ ਹੈ। ਹੁਣ ਈਰਾਨ ਦੀ ਆਪਣੀ ਮਾਤ ਬੋਲੀ ਹੈ, ਜੋ ਉਹਨਾਂ ਦਾ ਉਚਾਰਨ ਹੈ ਉਹ ਅਵਲ ਦਰਜੇ ਦਾ ਹੈ, ਆਪਣਾ ਉਚਾਰਨ ਦੂਜੇ ਦਰਜੇ ਦਾ ਹੈ। ਜਿਵੇਂ ਪੜ੍ਹੇ ਲਿਖੇ ਆਪ ਜਾਣਦੇ ਹੋ, ਤਤ ਸਮ ਤੇ ਤਦ ਭਵ 2 ਤਰੀਕੇ ਦੇ ਸ਼ਬਦ ਹੁੰਦੇ ਨੇ। ਕਿਸੇ ਬੋਲੀ ਤੋਂ ਦੂਜੀ ਬੋਲੀ ਵਿੱਚ ਆ ਕੇ ਉਹਦਾ ਫਰਕ ਪੈ ਜਾਂਦਾ ਹੈ। ਹੁਣ ਇੰਗਲਿਸ਼ ਹੈ, ਜਿਹੜੇ ਅਮਰੀਕਨ ਜਾਂ ਇੰਗਲੈਂਡ ਦੇ ਬੰਦੇ ਅੰਗਰੇਜ਼ੀ ਬੋਲਦੇ ਨੇ, ਉੱਥੋਂ ਦੇ ਜੰਪਲ, ਤੇ ਆਪਾਂ ਇੰਗਲਿਸ਼ ਬੋਲਦੇ ਆ, ਥੋੜ੍ਹਾ ਫਰਕ ਹੈ। ਪਰ ਜੇ ਕੋਈ ਹਿੰਦੁਸਤਾਨੀ ਬੰਦਾ ਕਵੇ ਵੀ ਜਿਹੜੀ ਉਹਨਾਂ ਦੀ ਅੰਗਰੇਜ਼ੀ ਹੈ ਅਮਰੀਕਨ ਦੀ ਵਾਲਿਆਂ ਦੀ ਜਾਂ ਇੰਗਲੈਂਡ ਵਾਲਿਆਂ ਦੀ, ਉਹ ਗਲਤ ਹੈ, ਤਾਂ ਇਹ ਮੂਰਖਤਾ ਹੋਵੇਗੀ, ਕਿਉਂਕਿ ਉਹਨਾਂ ਦੀ ਮਾਤ ਬੋਲੀ ਹੈ। ਹੁਣ ਜਿਹੜੀ ਪੰਜਾਬੀ ਆਪਾਂ ਬੋਲਦੇ ਹਾਂ, ਜੇ ਕਿਸੇ ਗੋਰੇ ਨੂੰ ਪੰਜਾਬੀ ਸਿਖਾ ਦਈਏ ਜਾਂ ਕਿਸੇ ਉੱਧਰਲੇ ਵਿਦੇਸ਼ੀ ਬੰਦੇ ਨੂੰ ਸਿਖਾ ਦਈਏ, ਤਾਂ ਉਹਦੇ ਵਿੱਚ ਫਰਕ ਹੁੰਦਾ ਹੈ ਥੋੜ੍ਹਾ ਜਿਹਾ। ਜੇ ਹੁਣ ਕੋਈ ਵਿਦੇਸ਼ੀ ਬੰਦਾ ਕਵੇ ਵੀ ਪੰਜਾਬੀ ਬੰਦੇ ਪੰਜਾਬੀ ਗਲਤ ਬੋਲਦੇ ਨੇ, ਉਹਦੀ ਮੂਰਖਤਾ ਹੈ। ਇਸ ਲਈ ਜੋ ਈਰਾਨ ਦੇ ਲੋਕਾਂ ਦੀ ਮਾਤ ਬੋਲੀ ਹੈ, ਉਹਨਾਂ ਦਾ ਆਪਣਾ ਉਚਾਰਨ ਹੈ। ਹਿੰਦੁਸਤਾਨ ਦੇ ਵਿੱਚ ਆ ਕੇ ਉਚਾਰਨ ਵਿੱਚ ਥੋੜ੍ਹਾ ਫਰਕ ਪੈ ਜਾਂਦਾ ਹੈ। ਹਿੰਦੁਸਤਾਨ ਦੇ ਵਿੱਚ ਵੀ ਉਚਾਰਨ ਦੀਆਂ 2 ਪੱਧਤੀਆਂ ਚੱਲਦੀਆਂ ਨੇ। ਜਿਵੇਂ ਜ਼ਫਰਨਾਮੇ ਵਿੱਚ ਵੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸ਼ਬਦ ਆਉਂਦਾ ਏ ਮੇਰ ਅਵਧ। ਹੁਣ ਮੇ ਤੇ ਮੀ ਇਹ 2 ਹੈ। ਫਾਰਸੀ ਉਰਦੂ ਵਿੱਚ ਇਹ ਛੋਟੀ ਤੇ ਬੜੀ 2 ਜਿਹੀਆਂ ਹੁੰਦੀਆਂ ਨੇ। ਜਿਹੜੇ ਫਾਰਸੀ ਦੀ ਲਿਪੀ ਜਾਣਦੇ ਨੇ ਉਹਨਾਂ ਨੂੰ ਪਤਾ ਹੈ, ਬਹੁਤੇ ਵਿਸਥਾਰ ਦੀ ਲੋੜ ਨਹੀਂ। ਤੋ ਜੇ ਨੂੰ ਕਈ ਲਾਂ ਵਾਂਗੂ ਬੋਲਦੇ ਨੇ, ਕਈ ਬੋਲ ਜਾਂਦੇ ਨੇ ਬਿਹਾਰੀ ਵਾਂਗੂ। ਜਿਵੇਂ ਜ਼ੇਰ ਤੇ ਜ਼ੀਰ, ਸਤਿੰਦਰ ਨੇ ਜਿਹੜਾ ਕੀਤਾ ਉਹਦੇ ਵਿੱਚ ਜ਼ੀਰ ਲਿਖਿਆ ਹੈ, ਤੇ ਆਪਣੇ ਜੋ ਪੁਰਾਣੇ ਨੇ ਉਹਨਾਂ 'ਚ ਜ਼ੇਰ ਹੈ। ਹੁਣ ਇਹਨੂੰ ਲੈ ਕੇ ਸਵਾਲ ਉਠਾਉਣੇ ਜਾਂ ਕਹਿਣਾ ਵੀ ਇਹ ਬਹੁਤ ਵੱਡਾ ਕੰਮ ਗਲਤ ਹੋ ਗਿਆ, ਗੋਲੀ ਮਾਰ ਦੇਣੀ ਚਾਹੀਦੀ ਹੈ, ਇਹ ਕੋਈ ਐਡਾ ਨਹੀਂ। ਇਹ 2 ਪੱਧਤੀਆਂ ਚੱਲਦੀਆਂ ਨੇ। ਜੇ ਤੁਸੀਂ ਪਰਸ਼ੀਅਨ ਵਿੱਚ ਲਿਖਿਆ ਭਾਈ ਮਨੀ ਸਿੰਘ ਦਾ, ਪਿਆਰੇ ਭਾਈ ਦਇਆ ਸਿੰਘ ਦਾ ਜ਼ਫਰਨਾਮਾ ਰੱਖੋਗੇ, 2 ਮੌਲਵੀ ਬਹਾ ਦਿਓਗੇ। ਇੱਕ ਮੌਲਵੀ ਆਪਣੇ ਲਿਹਾਜ਼ ਨਾਲ ਪੜ੍ਹੇਗਾ, ਦੂਜਾ ਮੌਲਵੀ ਆਪਣੇ ਲਿਹਾਜ਼ ਨਾਲ ਪੜ੍ਹੇਗਾ। ਇੱਕ ਜ਼ੇਰ ਪੜ੍ਹੇਗਾ, ਇੱਕ ਜ਼ੀਰ ਪੜ੍ਹੇਗਾ, ਇੱਕ ਮੇ ਪੜ੍ਹੇਗਾ, ਇੱਕ ਮੀ ਪੜ੍ਹੇਗਾ। ਇਹ ਉਚਾਰਨ ਦੇ 2 ਢੰਗ ਨੇ। ਹੁਣ ਕਿਸੇ ਦਾ ਉਚਾਰਨ ਕਿਸ ਤਰ੍ਹਾਂ ਦਾ ਹੈ, ਕਿਸੇ ਦਾ ਕਿਸ ਤਰੀਕੇ ਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਮੇਰ ਅਵਧ ਲਿਖਿਆ ਹੈ। ਇਹ ਤੋਂ ਸਾਨੂੰ ਅੰਦਾਜ਼ਾ ਲੱਗ ਜਾਂਦਾ ਹੈ ਵੀ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ 'ਚ ਮੇਰ ਅਵਧ ਹੈ, ਅਤੇ ਭਾਈ ਨੰਦ ਲਾਲ ਤੇ ਜ਼ਫਰਨਾਮੇ ਵਿੱਚ ਵੀ ਸਾਨੂੰ ਮੇਰ ਅਵਧ ਪੜ੍ਹਨਾ ਚਾਹੀਦਾ ਹੈ। ਇੱਕ ਅਫਤਦ ਤੇ ਉਫਤਦ, ਇਹ ਸ਼ਬਦ 2 ਆਉਂਦੇ ਨੇ। ਤੋ ਲਿਖਿਆ ਤੇ ਅਲਫ ਨਾਲ ਹੁੰਦਾ ਹੈ। ਕੁਝ ਉਹਨੂੰ ਅਫਤਦ, ਕੁਝ ਉਹਨੂੰ ਉਫਤਦ ਪੜ੍ਹ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਬੇਅਫਤਾਦ ਐੜੇ ਨਾਲ ਲਿਖਿਆ ਹੈ, ਇਸ ਲਈ ਸੰਪਰਦਾਵਾਂ ਵਿੱਚ ਅਫਤਦ, ਅਫਤਨ ਇਸ ਤਰੀਕੇ ਨਾਲ ਪੜ੍ਹਿਆ ਜਾਂਦਾ ਹੈ। ਮੌਲਵੀ ਜਿਹੜੇ ਨੇ, ਵਿਗਿਆਨੀ ਨੇ ਭਾਸ਼ਾ ਦੇ, ਉਹ ਉਫਤਦ ਇਹ ਸ਼ਬਦ ਪੜ੍ਹਦੇ ਨੇ। ਤੋ ਬਾਬਾ ਦੀਪ ਸਿੰਘ ਸਾਹਿਬ ਜੀ, ਉਹਨਾਂ ਨੇ ਜਿੱਥੇ 5 ਆਦਿ ਦੇ ਸਰੂਪ 4 ਲਿਖੇ ਤੇ 4 ਸਰੂਪ ਦਸਮ ਦੇ ਲਿਖੇ, ਉਹਨਾਂ ਨੇ 5 ਸਰੂਪ ਦੂਜੀਆਂ ਬੋਲੀਆਂ 'ਚ ਲਿਖੇ। ਮਾਲਵਾ ਇਤਿਹਾਸ ਵਿੱਚ ਲਿਖਿਆ ਹੈ ਕਿ ਇੱਕ ਸਰੂਪ ਉਹਨਾਂ ਨੇ ਅਰਬੀ, ਫਾਰਸੀ, ਉਰਦੂ, ਹਿੰਦੀ ਤੇ ਮਰਾਠੀ, ਇਹ ਬੋਲੀਆਂ 'ਚ ਲਿਖੇ।
ਇਹ ਸਰੂਪ ਆਪਣੇ ਆਪ ਵਿੱਚ ਇੱਕ ਅਨੁਵਾਦ ਰੂਪ ਸਨ। ਬਾਬਾ ਜੀ ਨੇ ਜਿਹੜੇ ਸਰੂਪ ਲਿਖੇ ਇਹ ਅਨੁਵਾਦ ਰੂਪ ਵਿੱਚ ਸਨ, ਉਹਨਾਂ ਦੀ ਟੀਕਾਕਾਰੀ ਕੀਤੀ ਸੀ। ਹੁਣ ਇੱਦਾਂ ਸਮਝ ਲਓ ਕਿ ਜਿਹੜਾ ਜ਼ਫਰਨਾਮਾ ਪੁਰਾਣੀਆਂ ਬੀੜਾਂ ਵਿੱਚ ਲਿਖਿਆ ਜਾਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਲਿਖਿਆ, ਤੇ ਸਤਿੰਦਰ ਜੀ ਨੇ ਜਿਹੜਾ ਇਹ ਗਾਇਆ ਹੈ ਇਹ ਅਨੁਵਾਦ ਰੂਪ ਵਿੱਚ ਹੈ। ਜਿਵੇਂ ਸੰਸਕ੍ਰਿਤ ਭਾਸ਼ਾ ਵਿੱਚ ਭਗਵਤ ਗੀਤਾ ਪੜ੍ਹ ਲਈਏ, ਉਹਦੇ ਵਿੱਚ ਇੱਕ ਜਿਹੜੇ ਪਦ ਲਿਖੇ ਹੁੰਦੇ ਨੇ, ਸ਼ਲੋਕ ਲਿਖੇ ਹੁੰਦੇ ਨੇ, ਉਹ ਸੰਧੀ ਸੰਯੁਕਤ ਹੁੰਦੇ ਨੇ। ਜਿਹੜੇ ਸੰਸਕ੍ਰਿਤ ਪੜ੍ਹੇ ਉਹਨਾਂ ਨੂੰ ਪਤਾ ਹੈ, ਜਦੋਂ ਵਿਆਖਿਆਕਾਰ ਵਿਆਖਿਆ ਕਰਦੇ ਨੇ ਤੇ ਉਹ ਸੰਧੀ ਵਿਛੇਦ ਉਹਨਾਂ ਨੂੰ ਪਦ ਛੇਦ ਕਰਕੇ ਤੋੜ ਕੇ ਵਿੱਚੋਂ ਅੱਖਰ ਕੱਢ ਕੇ ਲਿਖਦੇ ਨੇ। ਜਿਵੇਂ ਇੰਗਲਿਸ਼ ਵਿੱਚ ਕੁਝ ਅੱਖਰ ਸਾਇਲੈਂਟ ਹੁੰਦੇ ਨੇ, ਇੱਦਾਂ ਹੀ ਫਾਰਸੀ ਦੇ ਵਿੱਚ ਵੀ ਸਾਇਲੈਂਟ ਹੋ ਜਾਂਦੇ ਨੇ ਬਹਿਰ ਦੇ ਹਿਸਾਬ ਨਾਲ, ਇੱਦਾਂ ਸੰਸਕ੍ਰਿਤ ਵਿੱਚ ਵੀ ਸਾਇਲੈਂਟ ਹੋ ਜਾਂਦੇ ਨੇ। ਤਾਂ ਉਹ ਸਮਝਾਉਣ ਵਾਲੇ ਉਹ ਖੋਲ੍ਹ ਕੇ ਉਹਨੂੰ ਸਮਝਾਉਂਦੇ ਨੇ। ਜਿਵੇਂ ਇਹਦੇ ਵਿੱਚ ਸ਼ਬਦ ਆਉਂਦਾ ਹੈ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਬੰਦ ਬਖਸ਼ਿੰਦ ਉਹ ਐਸ਼ੋ ਅਰਸ਼, ਇਸ ਤਰੀਕੇ ਨਾਲ ਸ਼ਬਦ ਆਉਂਦਾ ਹੈ। ਹੁਣ ਜਦੋਂ ਇਹਦਾ ਅਰਥ ਕਰਨਾ ਹੈ ਉਦੋਂ ਸਾਨੂੰ ਲਿਖਣਾ ਪੜੇਗਾ, ਨਾ ਸਾਜ਼ ਉਹ ਨਾ ਬਾਜ਼ ਉਹ ਨਾ ਫੌਜ ਉਹ ਨਾ ਫਰਸ਼ ਉਹ ਮੈਨੇ, ਅਤੇ ਜਿਹਦੇ ਕੋਲ ਸਾਜੋ ਸਮਾਨ ਵੀ ਨਹੀਂ, ਘੋੜੇ ਵੀ ਨਹੀਂ, ਫੌਜਾਂ ਵੀ ਨਹੀਂ, ਗਲੀਚੇ ਵੀ ਨਹੀਂ, ਖੁਦਾਬੰਦ ਬਖਸ਼ਿੰਦ ਉਹ ਐਸ਼ੋ ਅਰਸ਼। ਹੁਣ ਆਪਾਂ ਐੜੇ ਨੂੰ ਦਲਾਵਾਂ ਐ ਬੋਲਦੇ ਹਾਂ, ਉਹਨਾਂ ਦੀ ਬੋਲੀ ਵਿੱਚ ਐਨ ਗੈਨ, ਉਹ ਐਨ ਬੋਲਦੇ ਨੇ। ਲਿਖਣਗੇ ਐੜੇ ਨੂੰ ਦਲਾਵਾਂ ਤੇ ਬੋਲਣਗੇ ਐਨ। ਤਾਂ ਇੱਥੇ ਐਸ਼ੋ ਅਰਸ਼ ਇਸ ਤਰੀਕੇ ਨਾਲ ਉਚਾਰਨ ਪਰਸ਼ੀਨ ਵਾਲੇ ਕਰਦੇ ਨੇ, ਸਾਡੇ ਪੰਜਾਬੀ ਵਾਲੇ ਐਸ਼ੋ ਅਰਸ਼ ਇੱਦਾਂ ਉਚਾਰਨ ਕਰਦੇ ਨੇ। ਐੜੇ ਦੇ ਪੈਰ ਵਿੱਚ ਨੁਕਤਾ ਐਨ ਦੇ ਨਾਲ ਇਹ ਲਿਖਿਆ ਹੋਇਆ ਹੈ। ਤੋ ਇਹ ਉਚਾਰਨ ਦੀਆਂ ਪੱਧਤੀਆਂ ਨੇ। ਜਿਹੜਾ ਡਾਕਟਰ ਸਤਿੰਦਰ ਜੀ ਨੇ ਈਰਾਨ ਦੇ ਮੌਲਵੀਆਂ ਦੇ ਕੋਲੋਂ, ਉਹਨਾਂ ਦੇ ਕੋਲੋਂ ਇਹ ਜ਼ਫਰਨਾਮਾ ਕਰਵਾ ਕੇ ਸਾਡੇ ਤੱਕ ਉਹਨਾਂ ਨੇ ਭੇਜਿਆ ਹੈ, ਇਹਦਾ ਉਚਾਰਨ ਈਰਾਨ ਦੀ ਬੋਲੀ, ਜੋ ਈਰਾਨ ਦੀ ਸ਼ੁੱਧ ਫਾਰਸੀ ਹੈ, ਉਹਦੇ ਨਾਲ ਜਾ ਕੇ ਜੁੜ ਜਾਂਦਾ ਹੈ। ਤਾਂ ਸਾਡੀ ਬੁੱਧੀ ਸ਼ੰਕਾ ਗ੍ਰਸੀ ਹੋਈ, ਅਸਾਂ ਨੇ ਸ਼ੰਕੇ ਉਠਾਏ ਵੀ ਇਹ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਗਾਇਨ ਕਰ ਦਿੱਤਾ ਹੈ। ਦੂਸਰਾ ਇੱਕ ਪਾਠ ਆਇਆ ਸੀ, ਹਮਜ਼ ਪੀਰ ਮੋਰੋ ਹਮਜ਼ ਫੀਲ ਤਨ, ਉੱਥੇ ਪੀਰ ਦੇ ਉੱਪਰ ਸਵਾਲੀਆ ਨਿਸ਼ਾਨ ਉੱਠਿਆ ਸੀ। ਇਹ ਦੇਖੋ ਪੁਰਾਣੀ ਬੀੜ ਹੈ, ਇਹਦੇ ਵਿੱਚ ਵੀ ਇਹ ਪਾਠ ਪੀਰ ਹੀ ਹੈ। ਪੁਰਾਣੀਆਂ ਬੀੜਾਂ ਵਿੱਚ ਪੀਰ ਹੀ ਪਾਠ ਹੈ, ਜਿੰਨੀਆਂ ਵੀ ਬੀੜਾਂ ਨੇ, ਭਾਵੇਂ ਉਹ ਫਾਰਸੀ ਵਿੱਚ ਨੇ ਤੇ ਭਾਵੇਂ ਉਹ ਗੁਰਮੁਖੀ ਵਿੱਚ ਹੀ ਨੇ। ਆਹ ਦੇਖੋ, ਹਮਜ਼ ਪੀਰ ਮੋਰੋ ਹਮਜ਼ ਫੀਲ ਤਨ। ਹੁਣ ਇੱਥੇ ਪੀਰ ਦਾ ਅਰਥ ਬਜ਼ੁਰਗ ਕਰ ਦਿੱਤਾ ਸੀ, ਬੁੱਢਾ ਕਰ ਦਿੱਤਾ ਸੀ, ਤੇ ਸਵਾਲ ਉੱਠਿਆ ਸੀ ਵੀ ਚੌਪਈ ਸਾਹਿਬ ਦੇ ਵਿੱਚ ਜੋ ਮਹਾਰਾਜ ਦੀ ਸਿਧਾਂਤ ਆਉਂਦਾ ਏ, ਚੀਟੀ ਤੇ ਕੁੰਚਰੇ ਸਥੂਲਾ, ਉਹਦੇ ਨਾਲੋਂ ਇਹ ਸਿਧਾਂਤ ਟੁੱਟਦਾ ਹੈ। ਅਰਥਕਾਰਾਂ ਨੇ ਅਰਥ ਇਹ ਵੀ ਕੀਤਾ ਏ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਕੀੜੀ ਤੋਂ ਲੈ ਕੇ ਹਾਥੀ ਤੱਕ, ਇਹ ਵੀ ਅਰਥ ਹੈ। ਪਰ ਜੇ ਤੁਸੀਂ ਪੀਰ ਦਾ ਅਰਥ ਦੇਖੋ ਤੇ ਪੀਰ ਦਾ ਅਰਥ ਵੀ ਹਾਥੀ ਬਣ ਜਾਂਦਾ ਹੈ। ਜਿਵੇਂ ਪੱਪਾ ਤੇ ਫੱਫਾ ਸਵਰਨੀ ਅੱਖਰ ਹੈ, ਪਾਸ ਦੀ ਫਾਸ ਦੀ ਜਗ੍ਹਾ ਤੇ ਪਾਸ ਆ ਜਾਂਦਾ ਹੈ। ਸ਼ਹਿਤਰਨਾਮ ਵਾਲਾ ਵਿੱਚ ਦੇਖੋਗੇ ਉੱਥੇ ਫਾਂਸ ਦੀ ਜਗ੍ਹਾ ਤੇ ਪਾਸ ਪੱਪੇ ਨਾਲ ਲਿਖਿਆ ਮਿਲੇਗਾ। ਇਸੇ ਤਰ੍ਹਾਂ ਪੱਪੇ ਦੀ ਜਗ੍ਹਾ ਤੇ ਫੱਫਾ ਲਿਆਓਗੇ, ਪੀਰ ਦੀ ਜਗ੍ਹਾ ਤੇ ਫੀਰ ਬਣ ਜਾਏਗਾ। ਰਾਰੇ ਦੀ ਜਗ੍ਹਾ ਤੇ ਲੱਲਾ ਲੱਗ ਜਾਂਦਾ ਹੈ, ਤੇ ਜਿਹੜਾ ਰਾਰਾ ਹੈ ਉਹਦੀ ਜਗ੍ਹਾ ਤੇ ਲੱਲਾ ਲਗਾਓਗੇ ਤੇ ਫੀਲ, ਫੀਲ ਮੈਨੇ ਹਾਥੀ, ਪੀਰ ਦਾ ਅਰਥ ਵੀ ਹਾਥੀ ਬਣ ਜਾਏਗਾ, ਥੋੜੇ ਜਿਹੇ ਗੋਝ ਭਾਵ ਨਾਲ ਦੇਖਿਆ ਜਾਵੇ। ਤੇ ਦੂਜਾ ਜਿਹੜਾ ਮੁਹੰਮਦ ਸ਼ਬਦ ਹੈ, ਇਹ ਹੈ ਪੋਥੀ ਵਿੱਚ ਵੀ ਮੈਂ ਦੇਖਿਆ ਤੇ ਹੋਰਨਾਂ ਪੋਥੀਆਂ 'ਚ ਵੀ। ਖਾਲਸਾ ਸਮਾਚਾਰ ਵੱਲੋਂ ਇੱਕ ਭਾਗ ਛਪੇ ਸਨ 10ਵੇਂ ਦੇ ਲੜੀਵਾਰ ਪਹਿਲੀ ਵਾਰ, ਉਹਦੇ ਵਿੱਚ ਵੀ ਮੁਹੰਮਦ ਹਾਹੇ ਦੇ ਉੱਪਰ ਟਿੱਪੀ ਨਹੀਂ ਸੀ। ਤੇ ਟਕਸਾਲ ਦੇ ਵਿੱਚ ਵੀ ਲੜੀਵਾਰ ਭਾਗ ਛਪੇ ਸਨ ਦਮਦਮੀ ਟਕਸਾਲ ਮਹਿਤਾ ਵੱਲੋਂ, ਉਹਦੇ ਵਿੱਚ ਵੀ ਹਾਹੇ ਦੇ ਉੱਪਰ ਅਦਕ ਸੀ, ਮੁਹੱਬਤ ਇਸ ਤਰੀਕੇ ਨਾਲ ਉਹਨੂੰ ਲਿਖਿਆ ਹੋਇਆ ਸੀ, ਮੁਹੰਮਦ ਨਹੀਂ ਸੀ ਲਿਖਿਆ ਹੋਇਆ, ਮੁਹੰਮਦ ਇਸ ਤਰੀਕੇ ਨਾਲ ਅਦਕ ਨਾਲ ਲਿਖਿਆ ਹੋਇਆ ਸੀ। ਸੋ ਇਹਦੇ ਉੱਪਰ ਵੀ ਸਾਨੂੰ ਕੋਈ ਐਡਾ ਸਵਾਲੀਆ ਨਿਸ਼ਾਨ ਨਹੀਂ ਉਠਾਉਣਾ ਚਾਹੀਦਾ। ਹਮਦ ਮੈਨੇ ਤਾਰੀਫ ਤੇ ਮੁਹੰਮਦ ਮੈਨੇ ਜਿਹਦੀ ਬਹੁਤੇ ਜ਼ਿਆਦਾ ਤਾਰੀਫ ਕਰਨ, ਇਸ ਤਰੀਕੇ ਨਾਲ ਅਰਥ ਬਣ ਜਾਂਦਾ ਹੈ। ਦੂਸਰਾ ਇਹ ਜੋ ਉਹਨਾਂ ਦਾ ਕੀਤਾ ਹੈ ਇਹ ਕਾਬਲੇ ਤਾਰੀਫ ਹੈ। ਬਾਕੀ ਪ੍ਰਿੰਟਿੰਗ ਦੇ ਵਿੱਚ
ਇੱਕਾ ਦੁੱਕਾ ਗਲਤੀਆਂ ਰਹਿ ਜਾਂਦੀਆਂ ਨੇ। ਅਸੀਂ 7-8 ਕਿਤਾਬਾਂ ਛਾਪੀਆਂ ਨੇ ਤੇ ਅਸੀਂ 20-20 ਵਾਰ ਵੀ ਉਹਦੀ ਪ੍ਰੂਫ ਰੀਡਿੰਗ ਕਰਕੇ ਵੇਖੀ ਹੈ, ਗਲਤੀ ਰਹਿ ਜਾਂਦੀ ਹੈ, ਬਾਅਦ ਵਿੱਚ ਉਹ ਸੁਧਾਰੀ ਦੀ ਹੈ। ਸੰਗਤਾਂ ਸਾਨੂੰ ਦੱਸਦੀਆਂ ਇੱਥੇ ਇੱਥੇ ਠੀਕ ਕਰ ਲਓ। ਤੇ ਉਹਨਾਂ ਨੇ ਜੋ ਇਹ ਪਹਿਲ ਕਦਮੀ ਕੀਤੀ ਹੈ ਵੀ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਪੂਰੇ ਵਰਲਡ ਦੇ ਵਿੱਚ ਪਹੁੰਚਾਇਆ ਹੈ। ਦੂਜਾ, ਜਿਹਦੇ ਉੱਪਰ ਸਵਾਲੀਆ ਨਿਸ਼ਾਨ ਉੱਠੇ ਉਹਦੀ ਪ੍ਰਸਿੱਧੀ ਜ਼ਿਆਦਾ ਹੁੰਦੀ ਹੈ। ਜਿਹਨੇ ਨਹੀਂ ਵੀ ਵੇਖਣਾ ਉਹ ਵੀ ਵੇਖਦਾ ਹੈ ਵੀ ਇਹਨਾਂ ਨੇ ਕੀ ਗਲਤ ਕਰ ਦਿੱਤਾ ਹੈ। ਤੋ ਜ਼ਫਰਨਾਮੇ ਦੀ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਆਪਣੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਾਇਆ ਤੇ ਆਪ ਹੀ ਸਵਾਲੀਆ ਨਿਸ਼ਾਨ ਉਠਾਇਆ ਹੈ। ਇਸ ਲਈ ਸਾਨੂੰ ਬਹੁਤਾ ਸ਼ੰਕਾਗ੍ਰਸੀ ਹੋ ਕੇ ਤਾੜਨ ਦੀ ਵੀ ਲੋੜ ਕੋਈ ਨਹੀਂ ਹੈ ਕਿ ਉਹਨਾਂ ਨੇ ਇਹ ਗਲਤ ਕਰ ਦਿੱਤਾ ਜਾਂ ਕਿਵੇਂ ਕਰ ਦਿੱਤਾ। ਮੈਨੂੰ ਸਿੰਘਾਂ ਨੇ ਦੱਸਿਆ ਵੀ ਉਹਨਾਂ ਨੇ ਜਾਪ ਸਾਹਿਬ ਦੀ ਤਰਜਮਾਨੀ ਦੇ ਉੱਪਰ ਵੀ ਸੱਚੇ ਪਾਤਸ਼ਾਹ ਜੀ ਦੀ ਉਸਤਤ ਕੀਤੀ ਹੈ। ਫਿਰ ਇਸੇ ਤਰ੍ਹਾਂ ਆਰਤੀ ਆਰਤਾ ਵੀ ਗਾਇਨ ਕੀਤਾ ਹੈ ਤੇ ਹੁਣ ਉਹਨਾਂ ਨੇ ਜ਼ਫਰਨਾਮੇ ਦੀ ਇਹ ਪਹਿਲ ਕਰਮੀ ਕੀਤੀ ਹੈ। ਤੋ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ ਤੇ ਅੱਗੇ ਵਾਸਤੇ ਮੈਂ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਜੀ ਉਹਨਾਂ ਤੋਂ ਇਹ ਸੇਵਾ ਲੈਂਦੇ ਰਹਿਣ। ਦੂਜਾ, ਸਾਨੂੰ ਹੌਸਲਾ ਅਫਜ਼ਾਈ ਉਹਨਾਂ ਦੀ ਕਰਨੀ ਚਾਹੀਦੀ ਹੈ, ਡਾਕਟਰ ਦੀ ਸਰਤਾਜ ਦੀ। ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਉਹਨਾਂ ਨੇ ਇਹ ਗਲਤ ਕਰ ਦਿੱਤਾ, ਇਹ ਗਲਤ ਕਰ ਦਿੱਤਾ। ਜੇ ਇਸ ਤਰੀਕੇ ਨਾਲ ਆਪਾਂ ਦਿਲ ਤੋੜਾਂਗੇ ਤੇ ਆਪਣੇ ਨੂੰ ਦੂਰ ਹੋਏਗਾ। ਉਹਨਾਂ ਦੇ ਮਨ ਵਿੱਚ ਇਹ ਆਵੇਗਾ ਵੀ ਮੈਂ ਬਾਣੀ ਨੂੰ ਗਾ ਕੇ ਕੀ ਕਰਨਾ ਹੈ। ਇਸ ਲਈ ਬਾਣੀ ਨੂੰ ਕੋਈ ਵੀ ਗਾਉਂਦਾ ਹੈ, ਬਾਣੀ ਅਗਾਧ ਬੋਧ ਹੈ, ਬੰਦਾ ਗਲਤ ਵੀ ਹੋ ਸਕਦਾ ਹੈ। ਸੋ ਉਹਨਾਂ ਨੇ ਜੋ ਇਹ ਇੱਕ ਟੀਕਾ ਰੂਪ ਵਿੱਚ, ਅਨੁਵਾਦ ਰੂਪ ਵਿੱਚ, ਤਰਜਮੇ ਰੂਪ ਵਿੱਚ ਸਾਨੂੰ ਲਿਖ ਕੇ ਦੱਸਿਆ ਹੈ। ਹਾਂ, ਇੱਕ ਮੈਨੂੰ ਯਾਦ ਆਈ ਗੱਲ, ਇਹ ਜਿਵੇਂ ਜ਼ਮੀ, ਯਕੀਨ, ਆਮ, ਕਮਾ ਇਹ ਸ਼ਬਦ ਹੈ, ਕੱਕਾ ਮੱਮੇ ਨੂੰ ਕੰਨਾਂ ਦੇ ਉੱਤੇ ਬਿੰਦੀ, ਕਮਾ, ਜ਼ਮੀ, ਇਹ ਸ਼ਬਦ ਇਸ ਤਰ੍ਹਾਂ ਇਕੱਠੇ ਪੜਾਂਗੇ ਤੇ ਸ਼ਾਇਦ ਇਹਨਾਂ ਦਾ ਅਰਥ ਕੁਝ ਹੋਰ ਬਣ ਜਾਏ। ਸੰਪਰਦਾਵਾਂ ਜਦੋਂ ਅਸੀਂ ਸੰਥਿਆ ਕਰਦੇ ਕਰਾਉਣੇ ਆ ਤੇ ਕਮਾ, ਜ਼ਮੀ ਐ ਲਮਕਾ ਕੇ ਪੜਾਉਣੇ ਆ ਵੀ ਉਹ ਬਿੰਦੀ ਚੋਂ ਅੱਧਾ ਨੰਨਾ ਬੁਲਾਉਣਾ ਹੁੰਦਾ ਹੈ। ਤੇ ਇੱਕ ਸੰਸਕ੍ਰਿਤ ਦਾ ਨਿਯਮ ਹੈ, ਉਹ ਪੰਜਾਬੀ ਵਿੱਚ ਵੀ ਕਾਹਨ ਸਿੰਘ ਜੀ ਨਾਭਾ ਨੇ ਵੀ ਅਪਣਾਇਆ ਹੈ। ਉਹ ਅਪਣਾਇਆ ਹੈ ਨਿਯਮ। ਉਹਨਾਂ ਨੇ ਕੀ ਕੀਤਾ ਹੈ ਵੀ ਉਹ ਜਿਹੜਾ ਕੱਕਾ ਮੱਮੇ ਨੂੰ ਬਿਹਾਰੀ, ਕੱਕਾ ਮੱਮੇ ਨੂੰ ਕੰਨਾ ਤੇ ਨੰਨਾ ਲਿਖ ਕੇ ਪੈਰ 'ਚ ਹਲੰਤ ਲਾਤਾ। ਹਰੇਕ ਅੱਖਰ ਵਿੱਚ ਐੜਾ ਹੁੰਦਾ ਏ। ਜਦੋਂ ਐੜਾ ਵਿੱਚੋਂ ਗੁਪਤ ਹੋ ਜਾਵੇ, ਨਿਕਲ ਜਾਵੇ ਤੇ ਫਿਰ ਉਹਦੀ ਆਵਾਜ਼ ਅੱਧੀ ਰਹਿ ਜਾਂਦੀ ਹੈ। ਉਹਨਾਂ ਨੇ ਹਲੰਤ ਲਾਇਆ ਏ, ਜਿਵੇਂ ਅਸਤ ਸੱਸੇ ਦੇ ਪੈਰ 'ਚ ਲਾਇਆ ਏ। ਇਹਨਾਂ ਨੇ ਨਹੀਂ ਲਾਇਆ। ਇੱਕ ਸਾਡੇ ਕੋਲ ਭਾਈ ਨੰਦ ਲਾਲ ਸਾਹਿਬ ਜੀ ਦਾ ਅੱਜ ਤੋਂ 50-60 ਸਾਲ ਪਹਿਲਾਂ ਦਾ ਛਪੀ ਪੋਥੀ ਹੈ, ਉਹਦੇ 'ਚ ਵੀ ਲੱਗੀ ਹੋਈ ਹੈ ਉਚਾਰਨ ਸੇਧ ਦੇਣ ਵਾਸਤੇ। ਇਸ ਵਾਸਤੇ ਇਹ ਉਚਾਰਨ ਸੇਧ ਦੇਣ ਵਾਸਤੇ ਪੁਰਾਣੇ ਵਿਦਵਾਨ ਇੱਦਾਂ ਲਿਖ ਦਿੰਦੇ ਸੀ ਵੀ ਇਹ ਅੱਖਰ ਨੂੰ ਅੱਧਾ, ਅਸਤ ਨਹੀਂ ਕਹਿਣਾ, ਅਸਤ ਉਹ ਪੈਰ ਵਿੱਚ ਲੱਗਾ, ਇਹ ਨਿਸ਼ਾਨ ਸਾਨੂੰ ਦੱਸਦਾ ਹੈ। ਕਮਾ ਉਹ ਪੈਰ ਵਿੱਚ ਲੱਗਾ, ਸਾਨੂੰ ਇਹ ਦੱਸਦਾ ਏ ਵੀ ਇਹਨੂੰ ਕਮਾਨ ਨੰਨਾ ਪੂਰਾ ਨਹੀਂ, ਕਮਾ ਇਹਦੇ ਵਿੱਚ ਐੜਾ ਨਹੀਂ ਹੈਗਾ। ਇਹ ਸੰਪਰਦਾਈ ਉਚਾਰਨ ਬੋਧ ਵਿੱਚ ਹਲੰਤ ਪ੍ਰਕਰਨ ਦੇ ਬਾਰੇ ਅਸਾਂ ਨੇ ਲਿਖਿਆ ਹੈ। ਸੋ ਸਾਨੂੰ ਸ਼ੰਕਾਗ੍ਰਸੀ ਨਹੀਂ ਹੋਣਾ ਚਾਹੀਦਾ, ਸਗੋਂ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ। ਤੇ ਜੋ ਸਾਡੇ ਮੂਲ ਜ਼ਫਰਨਾਮੇ ਨੇ ਉਹਦਾ ਤਰਜਮਾ ਹੈ ਉਹ ਲਿਖਿਆ ਹੋਇਆ, ਉਹਦਾ ਅਰਥ ਕਰਨ ਵਾਸਤੇ। ਸੋ ਇਹ ਬੇਨਤੀ ਮੈਂ ਸਾਰੀ ਗੁਰੂ ਕੀ ਸੰਗਤ ਨੂੰ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਕਰਾਂਗੇ।